ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਟੇਲਰ ਪੋਲੀਨੋਮੀਅਲ ਅਤੇ ਟੇਲਰ ਸੀਰੀਜ਼ ਬਾਰੇ ਪੜ੍ਹਾਂਗੇ। ਇਹ ਉਹ ਵਿਸ਼ੇ ਹਨ ਜਿਨ੍ਹਾਂ ਨੂੰ ਤੁਸੀਂ ਕਵਰ ਕਰੋਗੇ। ਅਸੀਂ ਟੇਲਰ ਪੋਲੀਨੋਮੀਅਲ ਨਾਲ ਸ਼ੁਰੂ ਕਰਾਂਗੇ ਅਤੇ ਫਿਰ ਟੇਲਰ ਪੋਲੀਨੋਮੀਅਲ ਤੋਂ ਇਸ ਟੇਲਰ ਸੀਰੀਜ਼ ਤੇ ਵਾਪਸ ਆਵਾਂਗੇ ਅਤੇ ਕੁਝ ਹੱਲ ਕੀਤੀਆਂ ਸਫਲ ਉਦਾਹਰਨਾਂ ਹਨ। ਇਹ ਟੇਲਰਜ਼ ਫਾਰਮੂਲਾ ਜੋ ਕਿ ਮੀਨ ਵੈਲਿਊ ਥਿਓਰਮ ਜਾਂ ਕੌਸ਼ੀ ਦੀ ਮੀਨ ਵੈਲਿਊ ਥਿਓਰਮ ਦਾ ਜਨਰਲਾਈਜ਼ੇਸ਼ਨ ਹੈ ਜੋ ਅਸੀਂ ਪਿਛਲੇ ਲੈਕਚਰ ਵਿੱਚ ਪੜ੍ਹਿਆ ਹੈ। ਅਸੀਂ ਮੰਨਦੇ ਹਾਂ ਕਿ ਇੱਥੇ ਇਸ ਫੰਕਸ਼ਨ f ਵਿੱਚ ਆਰਡਰ n+1 ਤੱਕ ਸਾਰੇ ਡੈਰੀਵੇਟਿਵ ਹਨ। ਕੁਝ ਇੰਟਰਵਲ ਜਿਨ੍ਹਾਂ ਵਿੱਚ ਪੁਆਇੰਟ x 0 ਦੇ ਬਰਾਬਰ ਹੁੰਦਾ ਹੈ। ਇਸ ਦੇ ਹੋਣ ਦੇ ਨਾਲ ਅਸੀਂ ਡਿਗਰੀ n ਦੇ ਇਸ ਪੋਲੀਨੋਮੀਅਲ Pnx ਦਾ ਪਤਾ ਕਰਨਾ ਚਾਹੁੰਦੇ ਹਾਂ। ਇਹਨਾਂ ਕੰਡੀਸ਼ਨਸ ਦੇ ਨਾਲ ਕਿ ਇਹ ਪੋਲੀਨੋਮੀਅਲ ਪੂਰਾ ਕਰਦਾ ਹੈ ਕਿ Pnx x ਤੇ ਪੋਲੀਨੋਮੀਅਲ ਬਰਾਬਰ ਹੈ 0 ਦੇ, ਜੋ 0 ਤੇ ਫੰਕਸ਼ਨ ਵੈਲਿਊ ਦੇ ਬਰਾਬਰ ਹੈ। ਦੂਜਾ, ਇਹ ਕਿ ਇਸ ਪੋਲੀਨੋਮੀਅਲ ਦਾ ਪਹਿਲਾ ਡੈਰੀਵੇਟਿਵ ਫੰਕਸ਼ਨ ਦੇ ਪਹਿਲੇ ਡੈਰੀਵੇਟਿਵ ਦੇ ਬਰਾਬਰ ਹੈ। ਤੀਜੀ ਕੰਡੀਸ਼ਨ ਇਸ ਪੁਆਇੰਟ x 0 ਤੇ ਇਸ ਪੋਲੀਨੋਮੀਅਲ ਦਾ ਦੂਜਾ ਡੈਰੀਵੇਟਿਵ x 0 ਤੇ ਫੰਕਸ਼ਨ ਦੇ ਦੂਜੇ ਡੈਰੀਵੇਟਿਵ ਦੇ ਬਰਾਬਰ ਹੈ। ਅਤੇ ਇਸੇ ਤਰ੍ਹਾਂ ਜੋ ਅਸੀਂ ਅਸਲ ਵਿੱਚ ਮੰਨਦੇ ਹਾਂ ਕਿ ਇਹ ਸਾਰੇ ਡੈਰੀਵੇਟਿਵ ਫੰਕਸ਼ਨ ਵੈਲਿਊ ਖੁਦ ਪਹਿਲਾ ਡੈਰੀਵੇਟਿਵ ਦੂਜਾ ਡੈਰੀਵੇਟਿਵ ਅਤੇ n ਡੈਰੀਵੇਟਿਵ ਹੈ ਉਹ ਸਾਰੇ ਪੋਲੀਨੋਮੀਅਲ ਦੇ ਇਸ ਡੈਰੀਵੇਟਿਵ ਦੇ ਬਰਾਬਰ ਹਨ। ਇਹਨਾਂ ਕੰਡੀਸ਼ਨਸ ਦੇ ਹੋਣ ਨਾਲ ਅਸੀਂ ਅਜਿਹੇ ਪੋਲੀਨੋਮੀਅਲ ਤੋਂ ਕੀ ਉਮੀਦ ਕਰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਅਜਿਹਾ ਪੋਲੀਨੋਮੀਅਲ ਜੇਕਰ ਅਸੀਂ ਬਣਾਉਂਦੇ ਹਾਂ ਫਿਰ ਇਹ ਫੰਕਸ਼ਨ f ਦੇ ਕਲੋਜ਼ ਹੋਣਾ ਚਾਹੀਦਾ ਹੈ। ਕਿਉਂਕਿ x 0 ਤੇ ਫੰਕਸ਼ਨ ਵੈਲਿਊ 0 ਹੈ, ਇਸ ਲਈ x 0 ਤੇ ਅਤੇ n ਆਰਡਰ ਤੱਕ ਦੇ ਕਈ ਡੈਰੀਵੇਟਿਵ n ਦੇ ਬਰਾਬਰ ਹਨ। ਪਰ ਆਮ ਤੌਰ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹਨਾਂ ਕੰਡੀਸ਼ਨਸ ਦੇ ਕਾਰਨ n ਡਿਗਰੀ ਦਾ ਇਹ ਪੋਲੀਨੋਮੀਅਲ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਫੋਰਮ ਵਿੱਚ ਫੰਕਸ਼ਨ f ਨੂੰ ਦਰਸਾਏਗਾ। ਇਸ ਲਈ ਹੁਣ ਪ੍ਰਸ਼ਨ ਇਹ ਹੈ ਕਿ ਅਜਿਹੇ ਪੋਲੀਨੋਮੀਅਲ ਨੂੰ ਕਿਵੇਂ ਬਣਾਇਆ ਜਾਵੇ। ਅਸੀਂ ਇੱਥੇ n ਡਿਗਰੀ ਦੇ ਇੱਕ ਜਨਰਲ ਪੋਲੀਨੋਮੀਅਲ ਨੂੰ ਮੰਨ ਲੈਂਦੇ ਹਾਂ। ਅਸੀਂ ਮੰਨਦੇ ਹਾਂ ਕਿ Pnx c0 ਹੈ ਅਤੇ c1 x-0, c2 x-0 ਸਕੁਏਅਰ, c3 x-0 ਕਿਊਬ ਪਲਸ cn x-x0 n। ਇਸ ਲਈ ਇਸ ਵਿਸ਼ੇਸ਼ ਰੂਪ ਵਿੱਚ ਅਸੀਂ ਇਹ ਪੋਲੀਨੋਮੀਅਲ c0 c1 ਅਤੇ c2 ਦਾ ਮੁਲਾਂਕਣ ਕਰਨ ਦੀ ਸੁਵਿਧਾ ਦੇ ਕਾਰਨ ਲਿਆ ਹੈ। ਪਰ ਕੋਈ ਵੀ ਡਿਗਰੀ n ਦੇ ਕਿਸੇ ਵੀ ਜਨਰਲ ਪੋਲੀਨੋਮੀਅਲ ਨੂੰ ਮੰਨ ਸਕਦਾ ਹੈ। ਹੁਣ ਅਸੀਂ ਇਹਨਾਂ ਕੋਐਫੀਸ਼ੀਐਂਟ ci ਨੂੰ ਉਹਨਾਂ ਕੰਡੀਸ਼ਨਸ ਦੇ ਆਧਾਰ ਤੇ ਪਤਾ ਕਰਨਾ ਚਾਹੁੰਦੇ ਹਾਂ ਜੋ ਅਸੀਂ ਸੈੱਟ ਕੀਤੀਆਂ ਹਨ ਜਾਂ ਅਸੀਂ ਜਿਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਿ ਇਹ ਪੁਆਇੰਟ x0 ਤੇ ਇਸ ਪੋਲੀਨੋਮੀਅਲ ਦੇ n ਆਰਡਰ ਦੇ ਡੈਰੀਵੇਟਿਵ ਤੱਕ ਉਸੇ ਪੁਆਇੰਟ x0 ਤੇ ਫੰਕਸ਼ਨ ਦੇ ਸੰਬੰਧਿਤ ਡੈਰੀਵੇਟਿਵਜ਼ ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਲਈ ਪਹਿਲਾਂ ਇਹ ਕੰਡੀਸ਼ਨ ਰੱਖਦੇ ਹੋਏ ਅਸੀਂ ਨੋਟ ਕਰਦੇ ਹਾਂ ਕਿ ਇੱਥੇ ਇਸ ਪੋਲੀਨੋਮੀਅਲ ਦਾ ਪਹਿਲਾ ਡੈਰੀਵੇਟਿਵ ਬਰਾਬਰ ਹੈ a ਇੱਕ ਕਨਸਟੈਂਟ ਹੈ, ਇਸ ਲਈ ਇਹ 0 ਦੇ ਬਰਾਬਰ ਹੋਵੇਗਾ। ਅਤੇ ਫਿਰ ਅਸੀਂ ਲੈਂਦੇ ਹਾਂ ਦੂਜੀ ਟਰਮ ਜਿਸ ਵਿੱਚ ਇੱਥੇ x ਹੋਵੇਗਾ ਉੱਥੇ ਸਾਨੂੰ ਇਸ ਵਿੱਚੋਂ c1 ਮਿਲੇਗਾ। ਇਸੇ ਤਰ੍ਹਾਂ ਇੱਥੋਂ ਅਸੀਂ 2 ਟਾਈਮ c2 ਅਤੇ x-x0 ਪ੍ਰਾਪਤ ਕਰਾਂਗੇ। ਫਿਰ ਸਾਨੂੰ ਇੱਥੇ 3 ਟਾਈਮ c3 ਮਿਲੇਗਾ ਅਤੇ ਇਸੇ ਤਰ੍ਹਾਂ। ਫਿਰ ਜੇਕਰ ਅਸੀਂ ਅੱਗੇ ਵਧਦੇ ਹਾਂ ਫਿਰ ਦੂਜਾ ਡੈਰੀਵੇਟਿਵ, ਇਸ ਲਈ ਇਸ ਪਹਿਲੇ ਡੈਰੀਵੇਟਿਵ ਵਿੱਚੋਂ ਅਸੀਂ ਇਸ ਨੂੰ ਦੁਬਾਰਾ ਡਿਫਰੈਂਸ਼ੀਏਟ ਕਰ ਸਕਦੇ ਹਾਂ ਤਾਂ ਜੋ ਤੁਸੀਂ ਇੱਥੇ 2c23 ਟਾਈਮਸ 2 into c3 ਅਤੇ ਇਸੇ ਤਰ੍ਹਾਂ ਪ੍ਰਾਪਤ ਕਰੋਗੇ। ਅਤੇ ਫਿਰ ਅਸੀਂ ਇਸ ਪ੍ਰਕਿਰਿਆ ਨੂੰ ਅੱਗੇ ਦੁਹਰਾ ਸਕਦੇ ਹਾਂ ਤਾਂ ਕਿ n ਆਰਡਰ ਡੈਰੀਵੇਟਿਵ ਪ੍ਰਾਪਤ ਕੀਤਾ ਜਾ ਸਕੇ। ਇਸ ਲਈ n ਆਰਡਰ ਡੈਰੀਵੇਟਿਵ ਵਿੱਚ ਕਿਉਂਕਿ ਇਹ n ਆਰਡਰ ਪੋਲੀਨੋਮੀਅਲ ਸੀ ਸਾਨੂੰ ਸਿਰਫ ਇੱਕ ਕਨਸਟੈਂਟ ਟਰਮ ਮਿਲੇਗੀ ਜੋ ਕਿ ਅਸੀਂ ਦੇਖਾਂਗੇ ਫੈਕਟੋਰੀਅਲ n ਅਤੇ ਕੋਐਫੀਸ਼ੀਐਂਟ cn ਜੋ ਇੱਥੇ ਐਕਸਪ੍ਰੈਸ਼ਨ ਵਿੱਚ ਆਉਣਗੇ। ਅਤੇ ਇੱਥੇ ਕੋਈ x ਟਰਮ ਮੌਜੂਦ ਨਹੀਂ ਹੋਵੇਗੀ ਕਿਉਂਕਿ ਪੋਲੀਨੋਮੀਅਲ ਡਿਗਰੀ n ਸੀ ਅਤੇ ਅਸੀਂ n ਟਾਈਮਸ ਡਿਫਰੈਂਸ਼ੀਏਟਡ ਕੀਤਾ ਹੈ। ਇਸ ਦੇ ਨਾਲ ਜੋ ਅਸੀਂ ਪ੍ਰਾਪਤ ਕਰਦੇ ਹਾਂ ਪਹਿਲੀ ਕੰਡੀਸ਼ਨ ਵਿੱਚੋਂ ਜਦੋਂ ਅਸੀਂ ਸਬਸਟੀਟਿਊਟ ਕਰਦੇ ਹਾਂ ਕਿਉਂਕਿ ਸਾਡੀ ਕੰਡੀਸ਼ਨਸ ਅਨੁਸਾਰ x0 ਤੇ ਪੋਲੀਨੋਮੀਅਲ ਵੈਲਿਊ x0 ਤੇ ਫੰਕਸ਼ਨ ਵੈਲਿਊ ਦੇ ਬਰਾਬਰ ਹੋਣੀਆਂ ਚਾਹੀਦੀਆਂ ਹਨ ਅਤੇ ਆਰਡਰ n ਤੱਕ ਹੋਰ ਡੈਰੀਵੇਟਿਵ। ਇਸ ਲਈ ਫੰਕਸ਼ਨਲ ਵੈਲਿਊ ਤੋਂ ਅਸੀਂ ਇੱਥੇ Pnx0 ਪ੍ਰਾਪਤ ਕਰਾਂਗੇ।
ਅਤੇ ਇਹ ਸਾਰੀਆਂ ਟਰਮਜ਼ ਦੇ ਬਰਾਬਰ ਹੈ ਜੋ ਸਮਾਪਤ ਹੋ ਜਾਣਗੀਆਂ ਅਤੇ ਸਾਨੂੰ ਸਿਰਫ C1 ਮਿਲੇਗਾ। ਇਸ ਲਈ ਪੋਲੀਨੋਮੀਅਲ ਤੋਂ ਹੀ ਜਦੋਂ ਅਸੀਂ x ਨੂੰ x0 ਦੇ ਬਰਾਬਰ ਸਬਸਟੀਟਿਊਟ ਕਰਦੇ ਹਾਂ ਤਾਂ ਸਾਨੂੰ C0 ਮਿਲੇਗਾ। ਜਿਵੇਂ ਕਿ Pn x0 ਅਤੇ Pn x0 Fn x0 ਹੈ, ਇਸ ਲਈ ਸਾਨੂੰ ਇੱਥੇ C0 f x0 ਦੇ ਰੂਪ ਵਿੱਚ ਮਿਲਦਾ ਹੈ। ਦੂਜਾ, ਜਦੋਂ ਅਸੀਂ ਇਸ ਪਹਿਲੇ ਡੈਰੀਵੇਟਿਵ ਵਿੱਚ ਸਬਸਟੀਟਿਊਟ ਕਰਦੇ ਹਾਂ ਤਾਂ ਤੁਹਾਨੂੰ C1 ਫੰਕਸ਼ਨ ਦੇ ਪਹਿਲੇ ਡੈਰੀਵੇਟਿਵ ਦੇ ਰੂਪ ਵਿੱਚ ਮਿਲੇਗਾ C2 ਫਿਰ ਇਸ ਕੰਡੀਸ਼ਨ ਤੋਂ, ਇਸ ਲਈ ਸਾਨੂੰ x0 ਤੇ ਦੂਜਾ ਡੈਰੀਵੇਟਿਵ ਮਿਲੇਗਾ ਇਸ ਫੈਕਟੋਰੀਅਲ ਨਾਲ ਡਿਵਾਈਡ ਕਰਕੇ। ਇਸ ਲਈ ਫੈਕਟਰੀਅਲ 2 ਇੱਥੇ ਅਤੇ ਫਿਰ Cn x0 ਤੇ n ਡੈਰੀਵੇਟਿਵ ਹੋਵੇਗਾ ਜਿਸ ਨੂੰ ਫੈਕਟੋਰੀਅਲ n ਨਾਲ ਡਿਵਾਈਡ ਕੀਤਾ ਜਾਵੇਗਾ। ਇਸ ਲਈ ਇਹ ਕੋਫੀਸ਼ੀਐਂਟਸ ਹੋਣ ਨਾਲ ਹੁਣ ਸਾਡੇ ਕੋਲ ਕੀ ਹੈ? ਸਾਡੇ ਕੋਲ ਪੋਲੀਨੋਮੀਅਲ ਹੈ। ਪੋਲੀਨੋਮੀਅਲ ਕਹਿੰਦਾ ਹੈ ਕਿ ਇਹ Pn x f x0 ਹੋਵੇਗਾ ਜੋ ਉੱਥੇ 0 ਸੀ ਅਤੇ ਇਹ ਸਾਰੇ ਕੋਫੀਸ਼ੀਐਂਟਸ ਇੱਥੇ ਬਦਲੇ ਗਏ ਹਨ, ਇਸ ਲਈ ਇਸ ਨੂੰ ਅਸੀਂ ਟੇਲਰਜ਼ ਪੋਲੀਨੋਮੀਅਲ ਆਰਡਰ n ਕਹਿੰਦੇ ਹਾਂ। ਹੁਣ ਜੇ ਤੁਸੀਂ ਇੱਥੇ ਉਦਾਹਰਣ ਵੇਖਦੇ ਹੋ ਅਤੇ ਟੇਲਰਜ਼ ਐਕਸਪੋਨੈਂਸ਼ੀਅਲ ਫੰਕਸ਼ਨ ਦਾ ਪੋਲੀਨੋਮੀਅਲ ਕੰਸਟਰਕਟ ਕਰਦੇ ਹੋ, ਉਦਾਹਰਣ ਵਜੋਂ ਤਾਂ e ਪਾਵਰ x ਅਰਾਊਂਡ x is equal to 0 p0x ਡਿਗਰੀ 0 ਪੋਲੀਨੋਮੀਅਲ ਸਿਰਫ ਪਹਿਲੀ ਟਰਮ ਉੱਥੇ ਮੌਜੂਦ ਹੋਵੇਗੀ ਅਤੇ e ਪਾਵਰ 0 ਹੋਵੇਗੀ। ਸਿਰਫ ਇੱਕ ਕੇਸ ਲਈ ਡਿਗਰੀ 0 ਦਾ ਪੋਲੀਨੋਮੀਅਲ ਸਿਰਫ 1 ਹੋਵੇਗਾ। ਅਤੇ ਜੇ ਅਸੀਂ ਇਸ ਨੂੰ ਪਲੋਟ ਕਰਦੇ ਹਾਂ ਤਾਂ ਇਹ ਇੱਥੇ ਐਕਸਪੋਨੈਂਸ਼ੀਅਲ ਫੰਕਸ਼ਨ ਦਾ ਗ੍ਰੀਨ ਪਲਾਟ ਹੈ ਅਤੇ ਡਿਗਰੀ 0 ਦਾ ਇਹ ਪੋਲੀਨੋਮੀਅਲ ਜੋ ਸਿਰਫ ਇੱਕ ਕੋਨਸਟੈਂਟ ਲਾਈਨ ਹੈ, ਇਸ ਲਈ ਸਿੱਧੀ ਲਾਈਨ ਇਸ 0-1 ਪੁਆਇੰਟ ਵਿੱਚੋਂ ਜਾ ਰਹੀ ਹੈ। ਅਤੇ ਜੇ ਅਸੀਂ ਡਿਗਰੀ 1 ਦੇ ਪੋਲੀਨੋਮੀਅਲ ਨੂੰ ਕੰਪਿਊਟ ਕਰਦੇ ਹਾਂ ਤਾਂ ਸਾਨੂੰ ਇਹ f x0 1 ਦੇ ਰੂਪ ਵਿੱਚ ਮਿਲੇਗਾ ਅਤੇ ਫਿਰ ਸਾਡੇ ਕੋਲ ਇੱਥੇ ਡੈਰੀਵੇਟਿਵ e ਪਾਵਰ x ਡੈਰੀਵੇਟਿਵ e ਪਾਵਰ x ਹੋਵੇਗਾ ਅਤੇ ਫਿਰ x ਤੇ 0 ਦੇ ਬਰਾਬਰ ਹੈ, ਇਹ ਦੁਬਾਰਾ 1 ਹੋਵੇਗਾ, ਇਸ ਲਈ ਸਾਡੇ ਕੋਲ 1 + x ਦੇ ਰੂਪ ਵਿੱਚ ਡਿਗਰੀ 1 ਦਾ ਪੋਲੀਨੋਮੀਅਲ ਹੈ ਜੋ ਇੱਥੇ ਪਲਾਟ ਕੀਤਾ ਗਿਆ ਹੈ। ਇਹ ਦੁਬਾਰਾ ਸਲੋਪ 1 ਦੇ ਨਾਲ ਇੱਕ ਸਿੱਧੀ ਲਾਈਨ ਹੈ। ਅਤੇ ਹੁਣ ਜੇ ਅਸੀਂ ਇਸ ਪ੍ਰਕਿਰਿਆ ਨੂੰ ਕੰਟੀਨਿਊ ਰੱਖਦੇ ਹਾਂ ਤਾਂ ਅਸੀਂ P2 ਅਤੇ P3 ਦਾ ਮੁਲਾਂਕਣ ਕਰ ਸਕਦੇ ਹਾਂ, ਇਸ ਲਈ P3 ਦੁਬਾਰਾ ਅਸੀਂ ਇੱਥੇ ਪਲੋਟ ਕੀਤਾ ਹੈ ਇਸ ਕਰਵ ਦੇ ਨਾਲ ਅਤੇ ਫਿਰ ਅੱਗੇ ਜਾਣ ਤੇ, ਇਸ ਲਈ ਸਾਨੂੰ P5 ਮਿਲੇਗਾ। ਉਦਾਹਰਣ ਦੇ ਲਈ ਜੇ ਅਸੀਂ ਇੱਥੇ P5 ਪਲੋਟ ਕਰਦੇ ਹਾਂ ਫਿਰ ਇਹ P5 ਜੇ ਤੁਸੀਂ ਵੇਖਦੇ ਹੋ ਕਿ ਇਹ ਪੁਆਇੰਟ 0 ਦੇ ਆਸ-ਪਾਸ ਬਹੁਤ ਵਿਆਪਕ ਰੇਂਜ ਵਿੱਚ ਜਾਂ ਵਿਆਪਕ ਇੰਟਰਵਲ ਵਿੱਚ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਬਹੁਤ ਨੇੜੇ ਹੈ, ਜੋ ਕਿ ਇੱਥੇ ਇਸ ਐਕਸਪੈਂਸ਼ਨ ਦਾ ਪੁਆਇੰਟ ਸੀ। ਅਤੇ ਜੇ ਅਸੀਂ ਡਿਗਰੀ 6 ਜਾਂ 7 ਦੇ ਪੋਲੀਨੋਮੀਅਲ ਲਈ ਅੱਗੇ ਵਧਦੇ ਹਾਂ ਫਿਰ ਅਸੀਂ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਨੇੜੇ ਜਾਵਾਂਗੇ ਅਤੇ ਇਹ ਟੇਲਰਜ਼ ਪੋਲੀਨੋਮੀਅਲ ਦਾ ਆਈਡੀਆ ਹੈ, ਇਸ ਲਈ ਤੁਸੀਂ ਪੋਲੀਨੋਮੀਅਲ ਦੀ ਡਿਗਰੀ ਵਧਾ ਕੇ ਕਰ ਸਕਦੇ ਹੋ। ਅਸੀਂ ਆਪਣੇ ਫੰਕਸ਼ਨ ਦਾ ਜਿੰਨਾ ਅਸੀਂ ਚਾਹੁੰਦੇ ਹਾਂ ਅਨੁਮਾਨ ਲਗਾ ਸਕਦੇ ਹਾਂ ਅਤੇ ਅਸੀਂ ਇਹਨਾਂ ਬਾਰੇ ਅੱਗੇ ਚਰਚਾ ਕਰਾਂਗੇ। ਇਸ ਲਈ ਟੇਲਰਜ਼ ਪੋਲੀਨੋਮੀਅਲ ਅਤੇ ਫੰਕਸ਼ਨ ਦਾ ਕੀ ਰਿਲੇਸ਼ਨ ਹੈ, ਕਿਉਂਕਿ ਇਸ ਦਾ ਅਰਥ ਹੈ ਕਿਉਂਕਿ ਇਹ ਟੇਲਰਜ਼ ਪੋਲੀਨੋਮੀਅਲ ਟੇਲਰਜ਼ ਫੰਕਸ਼ਨ ਨੂੰ ਕੁਝ ਅਪਰੋਕਸੀਮੇਸ਼ਨ ਦੇ ਨਾਲ ਦਰਸਾਉਂਦਾ ਹੈ। ਹੁਣ ਅਸੀਂ ਇਸ Rnx ਨੂੰ ਦਿੱਤੇ ਫੰਕਸ਼ਨ ਦੀਆਂ ਵੈਲਿਊਜ਼ ਅਤੇ ਕੰਸਟਰਕਟਡ ਪੋਲੀਨੋਮੀਅਲ Pnx ਦੇ ਵਿੱਚ ਅੰਤਰ ਦੇ ਰੂਪ ਵਿੱਚ ਦਰਸਾਵਾਂਗੇ। ਇਸ ਕੇਸ ਵਿੱਚ ਸਾਡਾ ਕੀ ਮਤਲਬ ਹੈ ਕਿ Rnx ਨਾਲ ਅਸੀਂ ਫੰਕਸ਼ਨ ਅਤੇ ਪੋਲੀਨੋਮੀਅਲ Pnx ਦੇ ਇਸ ਅੰਤਰ ਨੂੰ ਪਰਿਭਾਸ਼ਿਤ ਕਰਦੇ ਹਾਂ। ਅਤੇ ਇਸ ਕੇਸ ਵਿੱਚ ਹੁਣ Rnx ਨੂੰ ਰਿਮਾਈਂਡਰ ਕਿਹਾ ਜਾਂਦਾ ਹੈ ਕਿਉਂਕਿ ਇਹ ਫੰਕਸ਼ਨ ਦੀ ਅਸਲ ਵੈਲਿਊ ਮਾਈਨਸ ਪੁਆਇੰਟ x ਤੇ ਪੋਲੀਨੋਮੀਅਲ ਵੈਲਿਊ ਦੇ ਵਿਚਕਾਰ ਅੰਤਰ ਹੈ। ਹੁਣ ਸਵਾਲ ਇਹ ਹੈ ਕਿ ਇਸ Rnx ਦਾ ਮੁਲਾਂਕਣ ਕਿਵੇਂ ਕਰੀਏ ਅਤੇ ਮੁਲਾਂਕਣ ਲਈ ਹੋਰ ਅੱਗੇ ਜਾਣ ਲਈ ਅਸੀਂ ਪਹਿਲਾਂ ਨੋਟ ਕਰਦੇ ਹਾਂ ਕਿ x0 ਤੇ Rn ਕਿਉਂਕਿ f x0 - Pn x0 ਅਤੇ ਕੰਸਟਰਕਸ਼ਨ ਦੁਆਰਾ x0 ਤੇ ਇਹ ਪੋਲੀਨੋਮੀਅਲ x0 ਤੇ ਫੰਕਸ਼ਨ ਵੈਲਿਊ ਦੇ ਬਰਾਬਰ ਹੈ, ਇਸ ਲਈ ਇਹ 0 ਹੈ ਅਤੇ ਪਹਿਲਾ ਡੈਰੀਵੇਟਿਵ ਉਹੀ ਚੀਜ਼ ਹੈ, ਇਸ ਲਈ x0 ਤੇ f ਦਾ ਪਹਿਲਾ ਡੈਰੀਵੇਟਿਵ x0 ਤੇ ਪੋਲੀਨੋਮੀਅਲ ਦੇ ਪਹਿਲੇ ਡੈਰੀਵੇਟਿਵ ਦੇ ਬਰਾਬਰ ਹੈ ਇਹ ਇਸ ਪੋਲੀਨੋਮੀਅਲ ਦੀ ਕੰਸਟਰਕਸ਼ਨ ਸੀ, ਇਸ ਲਈ ਇਹ ਸਾਰੇ n ਆਰਡਰ ਡੈਰੀਵੇਟਿਵ ਬਰਾਬਰ ਹਨ। ਇਸ ਕੇਸ ਵਿੱਚ ਇਸ Rn ਲਈ ਪੁਆਇੰਟ x ਤੇ ਜਾਂ ਪੁਆਇੰਟ x0 ਤੇ ਪਹਿਲਾ ਡੈਰੀਵੇਟਿਵ ਪੁਆਇੰਟ x0 ਤੇ n ਡੈਰੀਵੇਟਿਵ ਸਾਰੇ 0 ਦੇ ਬਰਾਬਰ ਹਨ। ਸਾਡੇ ਕੋਲ ਇਹ ਕੰਡੀਸ਼ਨਸ Rnx ਹਨ। ਹੁਣ ਅਸੀਂ ਇੱਥੇ ਇੱਕ ਹੋਰ ਫੰਕਸ਼ਨ ਕੰਸੀਡਰ ਕਰਦੇ ਹਾਂ ਜੋ gx x - x0 ਪਾਵਰ n + 1 ਹੈ।
ਇਸ ਫੰਕਸ਼ਨ ਦੀ ਪ੍ਰਾਪਰਟੀ ਵੀ ਹੈ ਜੇਕਰ ਅਸੀਂ ਇਸ ਨੂੰ ਨੋਟਿਸ ਕਰਦੇ ਹਾਂ ਕਿ x 0 ਤੇ g 0 ਹੋਵੇਗਾ। ਦਰਅਸਲ ਪਹਿਲਾ ਡੈਰੀਵੇਟਿਵ, ਕਿਉਂਕਿ n+1 ਅਤੇ x - 0 ਪਾਵਰ n ਜੋ ਪੁਆਇੰਟ x 0 ਤੇ 0 ਬਣ ਜਾਵੇਗਾ। ਅਤੇ ਇਸੇ ਤਰ੍ਹਾਂ ਇਸ ਲਈ ਅਸੀਂ ਇਸ ਡਿਫਰੈਂਸ਼ੀਏਸ਼ਨ ਨੂੰ ਇੱਥੇ n ਆਰਡਰ ਤੱਕ ਕੰਟੀਨਿਊ ਰੱਖ ਸਕਦੇ ਹਾਂ, ਅਤੇ ਪੁਆਇੰਟ x 0 ਤੇ ਇਹ ਸਾਰੇ ਡੈਰੀਵੇਟਿਵਜ਼ 0 ਹੋਣਗੇ। ਸਾਡੇ ਕੋਲ ਹੁਣ ਕੀ ਕੰਡੀਸ਼ਨ ਹੈ ਕਿ g, ਜੋ ਕਿ x 0 ਤੇ k ਆਰਡਰ ਦਾ ਡੈਰੀਵੇਟਿਵ ਹੈ, ਉਹ ਆਰਡਰ n ਤੱਕ 0 ਦੇ ਬਰਾਬਰ ਹੈ। ਅਤੇ g n+1 ਹੋਰ ਕੁਝ ਨਹੀਂ ਬਲਕਿ ਫੈਕਟੋਰੀਅਲ n ਹੈ। ਇਸ ਲਈ ਸਾਡੇ ਕੋਲ ਦੋ ਫੰਕਸ਼ਨ ਹਨ, ਇੱਕ ਹੈ Rnx ਅਤੇ ਦੂਜਾ gx ਹੈ। ਉਹਨਾਂ ਦੀਆਂ ਇੱਥੇ ਸਿਮਿਲਰ ਪ੍ਰਾਪਰਟੀਜ਼ ਹਨ ਕਿ ਇਹ ਸਾਰੇ ਡੈਰੀਵੇਟਿਵ ਆਰਡਰ n ਤੱਕ ਵੈਨਿਸ਼ ਹੋ ਜਾਂਦੇ ਹਨ। ਇਸ ਲਈ ਇਸ ਕੇਸ ਵਿੱਚ ਜੇ ਅਸੀਂ ਇੰਟਰਵਲ ਵਿੱਚ x ਨੂੰ ਇੱਕ ਪੁਆਇੰਟ ਲੈਂਦੇ ਹਾਂ ਅਤੇ ਮੰਨ ਲਓ ਕਿ x 0 ਤੋਂ ਵੱਡਾ ਹੈ, ਅਸੀਂ ਇਹ ਵੀ ਮੰਨ ਸਕਦੇ ਹਾਂ ਕਿ x 0 ਤੋਂ ਛੋਟਾ ਹੈ। ਅਤੇ ਹੁਣ ਅਸੀਂ ਇਹਨਾਂ ਦੋ ਫੰਕਸ਼ਨਾਂ ਲਈ ਕੌਸ਼ੀ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਦੇ ਹਾਂ। Rn ਫੰਕਸ਼ਨ ਅਤੇ g ਫੰਕਸ਼ਨ ਇਸ ਇੰਟਰਵਲ x 0 ਤੋਂ x ਵਿੱਚ। ਅਤੇ ਹੁਣ ਯਾਦ ਰੱਖੋ ਕਿ ਕੌਸ਼ੀ ਮੀਨ ਵੈਲਿਊ ਥਿਓਰਮ ਕੀ ਸੀ ਕਿ ਤੁਹਾਡੇ ਕੋਲ ਇਹ ਫੰਕਸ਼ਨ Rnx - Rnx 0 ਡਿਵਾਈਡਡ ਬਾਈ gx - gx 0, ਜੋ ਆਪਣੇ ਡੈਰੀਵੇਟਿਵ ਉਹਨਾਂ ਦੇ ਡੈਰੀਵੇਟਿਵ ਦੇ ਰੇਸ਼ੋ ਐਟ ਸਮ ਪੁਆਇੰਟ xi1 ਅਤੇ g ਪ੍ਰਾਈਮ ਐਟ xi1 ਦੇ ਬਰਾਬਰ ਹੈ। ਹੁਣ ਜੇ ਅਸੀਂ ਨੋਟਿਸ ਕਰਦੇ ਹਾਂ ਕਿ x 0 ਤੇ Rn 0 ਹੈ ਅਤੇ x 0 ਤੇ g ਵੀ 0 ਹੈ, ਇਸ ਲਈ ਸਾਡੇ ਕੋਲ ਇਹ ਨਤੀਜਾ ਹੈ ਕਿ Rnx ਓਵਰ gx ਉਹਨਾਂ ਦੇ ਡੈਰੀਵੇਟਿਵ ਦੇ ਰੇਸ਼ੋ ਐਟ ਸਮ ਪੁਆਇੰਟ xi1 ਦੇ ਬਰਾਬਰ ਹੈ। ਇਸ ਇੰਟਰਵਲ x 0 ਅਤੇ x ਵਿੱਚ ਅਸੀਂ ਇਸ ਪ੍ਰਕਿਰਿਆ ਨੂੰ ਕੰਟੀਨਿਊ ਰੱਖ ਸਕਦੇ ਹਾਂ। ਇਸ ਲਈ ਅੱਗੇ, ਜੇ ਅਸੀਂ ਦੁਬਾਰਾ ਇੰਟਰਵਲ x 0 ਅਤੇ xi1 ਵਿੱਚ ਡੈਰੀਵੇਟਿਵ Rn ਅਤੇ g ਡੈਰੀਵੇਟਿਵ ਲਈ ਕੌਸ਼ੀ ਮੀਨ ਵੈਲਿਊ ਥਿਓਰਮ ਲਗਾਉਂਦੇ ਹਾਂ ਤਾਂ ਇਸ ਲਈ ਅਸੀਂ ਕੀ ਪ੍ਰਾਪਤ ਕਰਾਂਗੇ? ਸਾਨੂੰ ਮਿਲੇਗਾ ਕਿਉਂਕਿ ਇਹ ਪਹਿਲੇ ਡੈਰੀਵੇਟਿਵ ਵੀ 0 ਹਨ, ਇਸ ਲਈ ਬਸ ਅਸੀਂ ਇਹ ਨਤੀਜਾ ਪ੍ਰਾਪਤ ਕਰਾਂਗੇ ਕਿ Rnx ਨੂੰ gx ਨਾਲ ਡਿਵਾਈਡ ਬਰਾਬਰ ਹੈ Rn ਦੇ ਜੋ ਡਬਲ ਡੈਰੀਵੇਟਿਵ ਓਵਰ g ਦਾ ਡਬਲ ਡੈਰੀਵੇਟਿਵ ਹੈ। ਹੁਣ ਇਸ ਇੰਟਰਵਲ ਦੇ ਵਿਚਕਾਰ ਕੁਝ ਪੁਆਇੰਟ ਜਿਸ ਨੂੰ ਅਸੀਂ x 0 ਤੋਂ xi1 ਤੇ ਕੰਸੀਡਰ ਕੀਤਾ ਹੈ, ਅਤੇ ਹੁਣ ਅਸੀਂ ਅਗਲੇ ਡੈਰੀਵੇਟਿਵ ਲਈ ਇਸ ਪ੍ਰਕਿਰਿਆ ਨੂੰ ਅੱਗੇ ਕੰਟੀਨਿਊ ਰੱਖ ਸਕਦੇ ਹਾਂ। ਇਸ ਲਈ ਇਸ ਕੌਸ਼ੀ ਦੇ ਮੀਨ ਵੈਲਿਊ ਥਿਓਰਮ ਨੂੰ ਅੱਗੇ ਲਾਗੂ ਕਰਦੇ ਹੋਏ ਸਾਨੂੰ ਕੀ ਮਿਲੇਗਾ? ਅਸੀਂ n+1 ਡੈਰੀਵੇਟਿਵ ਤੱਕ ਜਾ ਸਕਦੇ ਹਾਂ ਕਿਉਂਕਿ n ਡੈਰੀਵੇਟਿਵ ਤੱਕ Rn ਅਤੇ g ਦੋਵੇਂ 0 ਹਨ। ਇਸ ਲਈ ਅਸੀਂ ਇਸ ਟਰਮ ਦੇ ਨਾਲ ਖਤਮ ਕਰਾਂਗੇ ਅਤੇ ਫਿਰ ਇੱਥੇ ਇਹ xn+1 x 0 ਅਤੇ ਇਸ xn ਦੇ ਵਿਚਕਾਰ ਹੈ ਅਤੇ ਉੱਥੇ x ਤੱਕ ਕੰਟੀਨਿਊਇਟੀ ਸੀ। ਇਸ ਲਈ ਜੋ ਅਸੀਂ ਇਸ Rnx ਤੋਂ ਜੋ ਪ੍ਰਾਪਤ ਕਰਦੇ ਹਾਂ ਉਹ ਡੈਰੀਵੇਟਿਵ ਤੇ ਇਸ n+1 ਦੇ ਬਰਾਬਰ ਹੈ। ਇਸ ਨੂੰ gn ਅਤੇ +1 n ਨਾਲ ਡਿਵਾਈਡ ਕੀਤਾ ਗਿਆ ਹੈ। ਇਹ ਇਸ g n+1 ਦਾ n ਡੈਰੀਵੇਟਿਵ ਫੈਕਟੋਰੀਅਲ n+1 ਸੀ, ਇਸ ਲਈ ਇਹ ਫੈਕਟੋਰੀਅਲ ਅਤੇ ਪਲਸ ਟਰਮ ਇੱਥੇ ਆਈ ਹੈ। ਅਤੇ ਫਿਰ ਸਾਡੇ ਕੋਲ ਇਹ gx ਹੈ ਜੋ ਫੰਕਸ਼ਨ x - x 0 ਪਾਵਰ n+1 ਅਤੇ ਇਹ xi, ਜੋ ਕਿ ਇੱਥੇ xn+1 ਲਿਖਿਆ ਗਿਆ ਹੈ। ਹੁਣ ਅਸੀਂ ਇਸ ਨੂੰ ਸਿਰਫ xi ਦੁਆਰਾ ਬਦਲ ਦਿੱਤਾ ਹੈ। ਇਹ ਇਸ x 0 ਅਤੇ ਪੁਆਇੰਟ x ਦੇ ਵਿਚਕਾਰ ਕਿਤੇ ਸਥਿਤ ਹੈ। ਇਸ ਲਈ ਜੋ ਇੱਥੇ ਲਿਖਿਆ ਗਿਆ ਹੈ ਕਿ xi x 0 ਅਤੇ x ਦੇ ਵਿਚਕਾਰ ਸਥਿਤ ਹੈ। ਹੁਣ ਅਸੀਂ ਨੋਟ ਕਰਦੇ ਹਾਂ ਕਿ ਇਹ Rnx ਜਿਸ ਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ ਉਹ ਫੰਕਸ਼ਨ fx ਅਤੇ Pnx ਦੇ ਵਿੱਚ ਅੰਤਰ ਸੀ। ਇਸ ਲਈ ਜੇਕਰ ਅਸੀਂ ਇਸ ਰਿਮਾਈਂਡਰ ਟਰਮ ਦੇ n+ ਪਹਿਲੇ ਡੈਰੀਵੇਟਿਵ ਨੂੰ ਇੱਥੇ ਲਿਆਉਂਦੇ ਹਾਂ ਤਾਂ ਇਸ f ਦਾ n+1 ਡੈਰੀਵੇਟਿਵ ਮਾਈਨਸ ਇਸ p ਦਾ n+1 ਡੈਰੀਵੇਟਿਵ ਉਹ x ਦੇ n+1 ਡੈਰੀਵੇਟਿਵ ਦੇ ਬਰਾਬਰ ਹੈ ਕਿਉਂਕਿ n ਦਾ n+1 ਡੈਰੀਵੇਟਿਵ ਅਤੇ Pn ਡਿਗਰੀ n ਦਾ ਪੋਲੀਨੋਮੀਅਲ ਸੀ। ਇਸ ਲਈ ਜੇ ਅਸੀਂ n+1 ਡੈਰੀਵੇਟਿਵ ਲੈਂਦੇ ਹਾਂ, ਇਹ ਟਰਮ 0 ਹੋ ਜਾਵੇਗੀ ਅਤੇ ਸਾਡੇ ਕੋਲ ਇਹ Rn n+1 x ਹੈ, ਜੋ fn+1 x ਦੇ ਬਰਾਬਰ ਹੈ। ਅਤੇ ਹੁਣ ਅਸੀਂ ਆਪਣੇ ਫਾਰਮੂਲੇ ਵਿੱਚ ਸਬਸਟੀਟਿਊਟ ਕਰ ਸਕਦੇ ਹਾਂ ਜੋ ਇੱਥੇ Rn+1 ਸੀ। ਇਸ ਲਈ ਅਸੀਂ ਹੁਣ ਇਸ Rn+1 ਦੀ ਇਸ ਵੈਲਿਊ ਨੂੰ f ਅਤੇ +1 xi ਦੇ ਰੂਪ ਵਿੱਚ ਸਬਸਟੀਟਿਊਟ ਕਰ ਦਿੱਤਾ ਹੈ। ਖੈਰ,
ਹੁਣ ਸਾਨੂੰ ਇੱਥੇ ਪੋਲੀਨੋਮੀਅਲ ਮਿਲ ਗਿਆ ਹੈ, ਜੋ ਕਿ ਰਿਮਾਈਂਡਰ ਟਰਮ Rnx ਹੈ, ਜੋ ਕਿ ਰਿਮਾਈਂਡਰ ਦੀ ਲੈਗਰੇਂਜ ਫੋਰਮ ਹੈ। ਇਸ ਟਰਮ ਨੂੰ ਅਸੀਂ ਦੁਬਾਰਾ ਵੀ ਲਿਖ ਸਕਦੇ ਹਾਂ। ਇਹ ਰਿਮਾਈਂਡਰ ਫੋਰਮ ਇਸ ਫੋਰਮ ਵਿੱਚ ਇਹ xi ਜੋ ਉੱਥੇ ਦਿਖਾਈ ਦਿੰਦਾ ਹੈ, ਅਸੀਂ ਹੁਣੇ ਹੀ ਇਸ x0 ਪਲਸ ਥੀਟਾ x ਮਾਈਨਸ x0 ਨਾਲ ਬਦਲ ਦਿੱਤਾ ਹੈ। ਇਹ ਥੀਟਾ 0 ਤੋਂ 1 ਤੱਕ ਹੈ। ਇਸ ਲਈ ਇੱਥੇ ਜੇ ਥੀਟਾ 0 ਦੇ ਨੇੜੇ ਹੈ ਤਾਂ ਇਹ ਆਰਗੂਮੈਂਟ ਇੱਥੇ x ਨੋਟ ਵੱਲ ਜਾ ਰਿਹਾ ਹੈ। ਜਦੋਂ ਥੀਟਾ 1 ਤੇ ਜਾਂਦਾ ਹੈ ਤਾਂ ਇਹ ਆਰਗੂਮੈਂਟ ਇੱਥੇ ਸਿਰਫ x ਤੇ ਜਾਂਦਾ ਹੈ। ਇਸ ਲਈ ਇਹ ਇਸ f ਦਾ ਆਰਗੂਮੈਂਟ x0 ਅਤੇ x ਦੇ ਵਿਚਕਾਰ ਹੈ। ਇਸ ਦਾ ਇੱਕ ਸਮਾਨ ਅਰਥ ਹੈ ਜੋ ਦੂਜੇ ਫੋਰਮ ਦਾ ਹੈ। ਇਸ ਲਈ ਅਸੀਂ ਰਿਮਾਈਂਡਰ ਦੇ ਇਸ ਲੈਗਰੇਂਜ ਫੋਰਮ ਨੂੰ ਇਸ ਰੂਪ ਵਿੱਚ ਵੀ ਦੁਬਾਰਾ ਲਿਖ ਸਕਦੇ ਹਾਂ। ਟੇਲਰਜ਼ ਥਿਓਰਮ ਜਾਂ ਟੇਲਰਜ਼ ਫਾਰਮੂਲਾ। ਹੁਣ ਜੇ ਤੁਸੀਂ ਸੰਖੇਪ ਵਿੱਚ ਦੱਸਦੇ ਹੋ, ਸਾਡੇ ਕੋਲ ਫੰਕਸ਼ਨ f(x) ਹੈ ਜਿਸ ਨੂੰ ਇਸ ਫੋਰਮ ਵਿੱਚ ਵਧਾਇਆ ਜਾ ਸਕਦਾ ਹੈ x0 f'(x0) x x0 ਇਸ n ਆਰਡਰ ਦੀ ਟਰਮ ਤੱਕ ਅਤੇ ਪਲਸ ਇਹ ਰਿਮਾਈਂਡਰ ਟਰਮ ਜੋ ਅਸੀਂ ਹੁਣੇ ਪ੍ਰਾਪਤ ਕੀਤੀ ਹੈ, ਵਿੱਚ ਇਸ ਦਾ ਫੋਰਮ ਹੈ ਜਿਸ ਨੂੰ ਰਿਮਾਈਂਡਰ ਦੀ ਲੈਗਰੇਂਜ ਫੋਰਮ ਕਿਹਾ ਜਾਂਦਾ ਹੈ। ਇਸ ਲਈ ਵਿਸ਼ੇਸ਼ ਕੇਸ ਵਿੱਚ ਜਦੋਂ ਅਸੀਂ n 0 ਦੇ ਬਰਾਬਰ ਲੈਂਦੇ ਹਾਂ, ਇਸ ਲਈ ਇਸ ਦਾ ਮਤਲਬ ਇਹ ਹੈ ਕਿ ਇਸ ਆਰਡਰ 1 ਤੱਕ ਸਾਨੂੰ ਇਹ ਰਿਮਾਈਂਡਰ ਟਰਮ ਲਿਖਣੀ ਪਵੇਗੀ। ਇਸ ਲਈ ਅਸੀਂ ਇਹ ਪ੍ਰਾਪਤ ਕਰਦੇ ਹਾਂ f' ਜਿਸ ਨੂੰ ਫੈਕਟੋਰੀਅਲ 1 ਨਾਲ ਡਿਵਾਈਡ ਕੀਤਾ ਜਾਂਦਾ ਹੈ, ਅਤੇ ਫਿਰ ਸਾਡੇ ਕੋਲ ਇਹ x ਮਾਈਨਸ ਜਾਂ ਤਾਂ ਇਹ ਜਾਂ x0 ਹੈ ਜੋ ਵੀ ਅਸੀਂ ਕੰਸੀਡਰ ਕਰਦੇ ਹਾਂ। ਇਸ ਲਈ ਫਿਰ ਇਹ xi ਇਸ a ਅਤੇ x ਦੇ ਵਿਚਕਾਰ ਹੁੰਦਾ ਹੈ, ਅਤੇ ਇਸ ਕੇਸ ਵਿੱਚ ਸਾਨੂੰ ਟੇਲਰਜ਼ ਥਿਓਰਮ ਦਾ ਇਹ ਫੋਰਮ ਮਿਲਦਾ ਹੈ ਜੋ ਕਿ ਲੈਗਰੇਂਜ ਫੋਰਮ ਮੀਨ ਵੈਲਿਊ ਥਿਓਰਮ ਸੀ। ਇਸ ਲਈ ਇਹ ਮੀਨ ਵੈਲਿਊ ਥਿਓਰਮ ਦਾ ਵਿਸ਼ੇਸ਼ ਕੇਸ ਹੈ, ਜੋ ਕਿ ਅਸੀਂ ਇਸ ਕੇਸ ਵਿੱਚ ਸਿਰਫ n ਨੂੰ 0 ਦੇ ਬਰਾਬਰ ਲਿਖ ਕੇ ਵੇਖਿਆ ਹੈ। ਕੁਝ ਰਿਮਾਰਕਸ ਇਸ ਲਈ ਜੇ ਅਸੀਂ x ਨੂੰ 0 ਦੇ ਬਰਾਬਰ ਸੈੱਟ ਰੱਖਦੇ ਹਾਂ ਇਸ ਟੇਲਰਜ਼ ਫਾਰਮੂਲਾ ਵਿੱਚ ਐਕਸਪੈਂਸ਼ਨ ਦਾ ਪੁਆਇੰਟ, ਤਾਂ ਇਸ ਨੂੰ ਮੈਕਲੌਰਿਨਜ਼ ਫਾਰਮੂਲਾ ਕਿਹਾ ਜਾਂਦਾ ਹੈ। ਅਤੇ ਟੇਲਰਜ਼ ਫਾਰਮੂਲੇ ਵਿੱਚ ਜੇ ਇਹ ਰਿਮਾਈਂਡਰ 0 ਤੇ ਜਾਂਦਾ ਹੈ ਕਿਉਂਕਿ n ਇਨਫਿਨਿਟੀ ਤੱਕ ਜਾਂਦਾ ਹੈ, ਤਾਂ ਇੱਥੇ ਇਹ ਇੱਕ ਮਹੱਤਵਪੂਰਨ ਰਿਮਾਰਕ ਹੈ। ਜੇਕਰ ਇਹ ਰਿਮਾਈਂਡਰ 0 ਤੇ ਜਾਂਦਾ ਹੈ ਕਿਉਂਕਿ n ਇਨਫਿਨਿਟੀ ਤੱਕ ਜਾਂਦਾ ਹੈ, ਫਿਰ ਅਸੀਂ ਲਿਖ ਸਕਦੇ ਹਾਂ ਕਿ ਸੀਰੀਜ਼ ਦੀ ਫੋਰਮ ਵਿੱਚ ਟੇਲਰਜ਼ ਫਾਰਮੂਲਾ ਇਸ ਤਰ੍ਹਾਂ f(x0) ਅਤੇ ਇਸੇ ਤਰ੍ਹਾਂ ਤੁਸੀਂ ਇਨਫਾਈਨਾਈਟ ਟਰਮ ਲਈ ਕੰਟੀਨਿਊ ਰੱਖ ਸਕਦੇ ਹੋ ਅਤੇ ਇਸ ਨੂੰ ਟੇਲਰਜ਼ ਸੀਰੀਜ਼ ਕਿਹਾ ਜਾਂਦਾ ਹੈ। ਇਸ ਲਈ x 0 ਦੇ ਬਰਾਬਰ ਹੈ। ਜੇਕਰ ਅਸੀਂ ਇਸ x0 ਨੂੰ 0 ਦੇ ਬਰਾਬਰ ਕਹਿੰਦੇ ਹਾਂ ਤਾਂ ਇਸ ਨੂੰ ਮੈਕਲੌਰਿਨਜ਼ ਸੀਰੀਜ਼ ਕਿਹਾ ਜਾਂਦਾ ਹੈ। ਜੇ ਅਸੀਂ ਇਸ ਆਖਰੀ ਟਿੱਪਣੀ ਨੂੰ ਦੁਬਾਰਾ ਵੇਖਦੇ ਹਾਂ, ਇਸ ਲਈ ਇਹ ਟੇਲਰਜ਼ ਜਾਂ ਮੈਕਲੌਰਿਨਜ਼ ਸੀਰੀਜ਼ ਦੇ ਕਨਵਰਜੈਂਸ ਲਈ ਜ਼ਰੂਰੀ ਅਤੇ ਉਚਿਤ ਹੈ ਕਿ Rnx 0 ਤੇ ਜਾਂਦਾ ਹੈ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ। ਕਿਉਂਕਿ ਇੱਥੇ ਸਮੂਥ ਫੰਕਸ਼ਨਾਂ ਸੀਰੀਜ਼ ਦੀਆਂ ਉਦਾਹਰਨਾਂ ਹਨ। ਸਮੂਥ ਦਾ ਮਤਲਬ ਹੈ ਕਿ ਸਾਡੇ ਕੋਲ ਡੈਰੀਵੇਟਿਵ ਹਨ, ਜੋ ਵੀ ਲਿਖਿਆ ਹੈ, ਪਰ ਟੇਲਰ ਸੀਰੀਜ਼ ਐਕਸਪੈਂਸ਼ਨ ਦੇ ਪੁਆਇੰਟ ਦੀ ਬਜਾਏ ਹਰ ਜਗ੍ਹਾ ਬਦਲ ਜਾਂਦੀ ਹੈ ਕਿਉਂਕਿ ਐਕਸਪੈਂਸ਼ਨ ਦਾ ਪੁਆਇੰਟ ਸੀਰੀਜ਼ ਦੀ ਵੈਲਿਊ ਕੰਸਟਰਕਸ਼ਨ ਦੇ ਅਨੁਸਾਰ ਫੰਕਸ਼ਨ ਦੇ ਸਮਾਨ ਹੋਵੇਗੀ। ਇਸ ਲਈ ਅਤੇ ਇਸ ਸਮੂਥ ਫੰਕਸ਼ਨ ਦੀਆਂ ਉਦਾਹਰਨਾਂ ਵੀ ਹਨ ਜਿਨ੍ਹਾਂ ਦੀ ਟੇਲਰ ਸੀਰੀਜ਼ ਕਿਸੇ ਹੋਰ ਫੰਕਸ਼ਨ ਵਿੱਚ ਬਦਲ ਜਾਂਦੀ ਹੈ। ਅਤੇ ਉਦਾਹਰਨ ਦੇ ਲਈ ਤੁਸੀਂ ਇਹ ਉਦਾਹਰਨ ਲੈਂਦੇ ਹੋ f(x) ਬਰਾਬਰ ਹੈ e⁻1/x², ਅਤੇ ਇੱਥੇ 0 x0 ਦੇ ਬਰਾਬਰ ਨਹੀਂ ਹੈ ਅਤੇ x 0 ਦੇ ਬਰਾਬਰ ਹੈ। ਇਸ ਲਈ ਇਸ ਕੇਸ ਵਿੱਚ ਕੋਈ ਵੀ ਆਸਾਨੀ ਨਾਲ ਦਿਖਾ ਸਕਦਾ ਹੈ ਕਿ fn 0 ਤੇ ਹੈ। ਇਸ ਲਈ ਜੇ ਅਸੀਂ ਇੱਥੇ ਇਸ ਫੰਕਸ਼ਨ ਦਾ ਡੈਰੀਵੇਟਿਵ e⁻1/x² ਲੈਂਦੇ ਹਾਂ, ਜਿਸ ਦੀ ਮੈਂ ਇਹ ਗਣਨਾ ਨਹੀਂ ਕਰ ਰਿਹਾ, ਪਰ ਕੋਈ ਵੀ ਆਸਾਨੀ ਨਾਲ ਇਹਨਾਂ ਸਾਰਿਆਂ ਕੰਪਿਊਟ ਨੂੰ ਕਰ ਸਕਦਾ ਹੈ। 0 ਤੇ ਇਸ ਫੰਕਸ਼ਨ ਦੇ ਕਿਸੇ ਵੀ ਆਰਡਰ ਦੇ ਡੈਰੀਵੇਟਿਵ 0 ਹੋਣਗੇ। ਅਤੇ ਫਿਰ ਜੇਕਰ ਅਸੀਂ ਟੇਲਰ ਸੀਰੀਜ਼ ਲਿਖਦੇ ਹਾਂ ਜਾਂ ਹੋਰ ਮੈਕਲੌਰਿਨ ਸੀਰੀਜ਼ ਲਗਭਗ x 0 ਦੇ ਬਰਾਬਰ ਹੈ, ਤਾਂ ਅਸੀਂ ਪ੍ਰਾਪਤ ਕਰਾਂਗੇ ਕਿਉਂਕਿ ਸਾਰੇ ਡੈਰੀਵੇਟਿਵਜ਼ 0 ਹਨ। ਇਸ ਲਈ ਸਾਨੂੰ 0 + 0 x0 x² ਮਿਲੇਗਾ ਅਤੇ ਇਸੇ ਤਰ੍ਹਾਂ। ਅਤੇ ਫਿਰ ਜੋ ਅਸੀਂ ਇੱਥੇ ਵੇਖਦੇ ਹਾਂ, ਜੋ ਵੀ x ਅਸੀਂ ਰੱਖਦੇ ਹਾਂ, ਮੈਕਲੌਰਿਨ ਸੀਰੀਜ਼ 0 ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਸੀਰੀਜ਼ ਕਨਵਰਜ ਹੋ ਜਾਂਦੀ ਹੈ। ਜੋ ਵੀ x ਸੀਰੀਜ਼ ਹੈ ਸਿਰਫ 0 ਹੈ, ਪਰ ਇਹ ਫੰਕਸ਼ਨ ਨਾਲ ਕਨਵਰਜ ਨਹੀਂ ਹੁੰਦਾ। ਇਸ ਲਈ ਫੰਕਸ਼ਨ ਇਸ ਦੇ ਲਈ c x 0 ਦੇ ਬਰਾਬਰ ਨਹੀਂ ਹੈ e⁻1/x²। ਇਹ ਇੱਕ ਬਹੁਤ ਹੀ ਆਸਾਨ ਉਦਾਹਰਨ ਹੈ ਜਿੱਥੇ ਅਸੀਂ ਵੇਖ ਸਕਦੇ ਹਾਂ ਕਿ ਇਹ ਮੈਕਲੌਰਿਨ ਜਾਂ ਟੇਲਰ ਸੀਰੀਜ਼ ਫੰਕਸ਼ਨ ਵਿੱਚ ਕਨਵਰਜ ਨਹੀਂ ਹੁੰਦੇ। ਹੁਣ ਆਓ ਅਸੀਂ ਸਿਰਫ e⁻x ਦੀ ਮੈਕਲੌਰਿਨ ਸੀਰੀਜ਼ ਦੀ ਉਦਾਹਰਨ ਲੈਂਦੇ ਹਾਂ। ਹੁਣ ਦੁਬਾਰਾ ਨੋਟ ਕਰੋ ਕਿ ਇਸ ਲਈ ਜੋ ਵੀ ਡੈਰੀਵੇਟਿਵ ਅਸੀਂ ਇਸ ਫੰਕਸ਼ਨ ਐਕਸਪੋਨੈਂਸ਼ੀਅਲ ਲਈ ਲੈਂਦੇ ਹਾਂ,
ਇਹ ਸਿਰਫ ਐਕਸਪੋਨੈਂਸ਼ੀਅਲ x ਹੈ ਅਤੇ 0 ਤੇ ਸਾਡੇ ਕੋਲ ਵੈਲਿਊ 1 ਹੈ, ਇਸ ਲਈ n ਦੀਆਂ ਸਾਰੀਆਂ ਵੈਲਿਊਜ਼ ਲਈ ਇਸ ਫੰਕਸ਼ਨ ਦੇ ਸਾਰੇ ਡੈਰੀਵੇਟਿਵ ਐਕਸਪੋਨੈਂਸ਼ੀਅਲ ਫੰਕਸ਼ਨ 1 ਹੈ। ਇਸ ਲਈ ਅਸੀਂ ਇਸ ਮੈਕਲੌਰਿਨ ਸੀਰੀਜ਼ ਥਿਓਰਮ ਨੂੰ ਆਸਾਨੀ ਨਾਲ ਲਿਖ ਸਕਦੇ ਹਾਂ ਕਿ ਐਕਸਪੋਨੈਂਸ਼ੀਅਲ x1 plus x ਸਕੁਏਅਰ ਬਾਏ ਫੈਕਟੋਰੀਅਲ 2 ਦੇ ਬਰਾਬਰ ਹੈ। ਸਾਰੇ ਡੈਰੀਵੇਟਿਵ 1 ਹਨ ਅਤੇ xn ਪਾਵਰ ਫੈਕਟੋਰੀਅਲ n ਪਲਸ Rn x, ਇਸ ਲਈ Rn x ਰਿਮਾਈਂਡਰ ਟਰਮ ਹੈ, ਜਿਸ ਨੂੰ ਅਸੀਂ ਹੁਣੇ ਵੇਖਿਆ ਹੈ। ਰਿਮਾਈਂਡਰ ਟਰਮ x ਮਾਈਨਸ x0 ਪਾਵਰ n ਪਲਸ 1 ਹੈ, ਜਿਸ ਨੂੰ ਫੈਕਟੋਰੀਅਲ n ਪਲਸ 1 ਅਤੇ ਕਿਸੇ ਪੁਆਇੰਟ ਤੇ n ਪਲਸ 1 ਡੈਰੀਵੇਟਿਵ ਨਾਲ ਡਿਵਾਈਡ ਕੀਤਾ ਗਿਆ ਹੈ, ਜੋ ਕਿ x0 ਪਲਸ ਥੀਟਾ x ਮਾਈਨਸ x0 ਹੈ। ਇਸ ਲਈ ਇੱਥੇ ਜੇ ਅਸੀਂ ਇਸ ਨੂੰ ਸਬਸਟੀਟਿਊਟ ਕਰਦੇ ਹਾਂ, x0 0 ਦੇ ਬਰਾਬਰ ਹੈ, ਫਿਰ ਸਾਨੂੰ ਇਹ ਰਿਮਾਈਂਡਰ x ਪਾਵਰ n ਡਿਵਾਈਡਡ ਬਾਏ ਫੈਕਟੋਰੀਅਲ n ਅਤੇ e ਪਾਵਰ ਥੀਟਾ x ਮਿਲਦਾ ਹੈ ਅਤੇ ਥੀਟਾ 0 ਅਤੇ 1 ਦੇ ਵਿਚਕਾਰ ਹੁੰਦਾ ਹੈ। ਇਸ ਲਈ ਹੁਣ ਅਸੀਂ ਵੇਖਾਂਗੇ ਕਿ ਇਸ Rn x ਦਾ ਕੀ ਹੁੰਦਾ ਹੈ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ। ਜੇ ਇਹ ਕੇਸ ਹੈ, ਜੇ Rn x 0 ਤੇ ਜਾਂਦਾ ਹੈ ਜਦੋਂ n ਇਨਫਿਨਿਟੀ ਤੇ ਜਾਂਦਾ ਹੈ, ਤਾਂ ਅਸੀਂ ਐਕਸਪੋਨੈਂਸ਼ੀਅਲ ਫੰਕਸ਼ਨ x ਦੀ ਮੈਕਲੌਰਿਨ ਸੀਰੀਜ਼ ਲਿਖ ਸਕਦੇ ਹਾਂ। ਇਸ ਲਈ ਇੱਥੇ ਦੁਬਾਰਾ ਅਸੀਂ ਨੋਟ ਕਰਦੇ ਹਾਂ ਕਿ ਇਹ ਮੈਕਲੌਰਿਨਸ ਥਿਓਰਮ ਹੈ। ਜੇ ਇਹ ਟਰਮ 0 ਤੇ ਜਾਂਦੀ ਹੈ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ, ਇਸ ਕੇਸ ਵਿੱਚ ਅਸੀਂ ਇਸ ਐਕਸਪੋਨੈਂਸ਼ੀਅਲ ਫੰਕਸ਼ਨ ਨੂੰ ਇੱਕ ਸੀਰੀਜ਼ ਦੇ ਰੂਪ ਵਿੱਚ ਲਿਖ ਸਕਦੇ ਹਾਂ। ਅਸੀਂ ਇਸ Rn x ਨੂੰ ਹਟਾ ਸਕਦੇ ਹਾਂ ਅਤੇ ਫਿਰ ਅਸੀਂ ਇੱਕ ਸੀਰੀਜ਼ ਦੇ ਰੂਪ ਵਿੱਚ ਅੱਗੇ ਦੀਆਂ ਟਰਮਜ਼ ਨੂੰ ਕੰਟੀਨਿਊ ਰੱਖ ਸਕਦੇ ਹਾਂ। ਇਸ ਲਈ ਆਓ ਹੁਣ ਚੈੱਕ ਕਰੀਏ। ਇਹ Rn x ਰਿਮਾਈਂਡਰ ਟਰਮ x ਪਾਵਰ n ਪਲਸ 1 ਡਿਵਾਈਡਡ ਬਾਏ ਫੈਕਟੋਰੀਅਲ n ਪਲਸ 1 ਜੋ ਇੱਕ ਐਕਸਪੋਨੈਂਸ਼ੀਅਲ ਥੀਟਾ x ਹੈ। ਅਤੇ ਜੇ ਅਸੀਂ ਇਸ ਰਿਮਾਈਂਡਰ ਟਰਮ ਦੀ ਐਬਸੋਲਿਊਟ ਵੈਲਿਊ ਨੂੰ x ਪਾਵਰ n ਪਲਸ 1 ਓਵਰ n ਪਲਸ 1 ਫੈਕਟੋਰੀਅਲ e ਪਾਵਰ ਥੀਟਾ x ਵਜੋਂ ਲੈਂਦੇ ਹਾਂ, ਫਿਰ ਅਸੀਂ ਨੋਟਿਸ ਕਰਦੇ ਹਾਂ ਕਿ e ਪਾਵਰ ਥੀਟਾ x ਜੋ ਵੀ ਦਿੱਤਾ ਗਿਆ x ਲਈ ਇਹ ਇੱਕ ਫਾਈਨਾਈਟ ਕੁਆਂਟੀਟੀ ਹੋਵੇਗੀ। ਇਸ ਲਈ ਇਹ ਡਿਸਟਰਬ ਨਹੀਂ ਕਰੇਗਾ ਕਿਉਂਕਿ ਇੱਥੇ ਕੋਈ n ਟਰਮ ਨਹੀਂ ਹੈ। ਇਸ ਲਈ ਜੇ ਅਸੀਂ ਹੁਣ ਇਸ ਟਰਮ ਤੇ ਧਿਆਨ ਦੇ ਸਕਦੇ ਹਾਂ ਕਿ ਜਦੋਂ n ਇਨਫਿਨਿਟੀ ਤੇ ਜਾਂਦਾ ਹੈ ਤਾਂ ਕੀ ਹੋਵੇਗਾ। ਸਾਨੂੰ ਨੋਟਿਸ ਕਰਨਾ ਚਾਹੀਦਾ ਹੈ ਜਦੋਂ n ਇਨਫਿਨਿਟੀ ਤੇ ਜਾਂਦਾ ਹੈ, ਇਸ ਲਈ ਇਹ ਇਨਫਿਨਿਟੀ ਬਣ ਜਾਂਦਾ ਹੈ ਅਤੇ ਇੱਥੇ ਉਦਾਹਰਨ ਲਈ ਜਦੋਂ ਵੀ ਇਹ x ਇੱਕ ਤੋਂ ਵੱਧ ਵੱਡੀ ਸੰਖਿਆ ਹੁੰਦਾ ਹੈ ਤਾਂ ਇਹ ਟਰਮ ਇਨਫਿਨਿਟੀ ਵੱਲ ਵੀ ਜਾ ਰਹੀ ਹੈ। ਇਸ ਲਈ ਅਸੀਂ ਬਸ ਇਹ ਨਹੀਂ ਕਹਿ ਸਕਦੇ ਕਿ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ ਤਾਂ ਇਸ ਟਰਮ ਦਾ ਕੀ ਹੋਵੇਗਾ। ਇਸ ਲਈ ਸਾਨੂੰ ਧਿਆਨ ਨਾਲ ਇਸ ਲਿਮਿਟ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ ਤਾਂ ਇਸ ਟਰਮ ਦਾ ਕੀ ਹੋਵੇਗਾ। x ਦੀ ਇੱਕ ਫਿਕਸਡ ਵੈਲਿਊ ਲਈ ਅਸੀਂ ਕੀ ਕੰਸੀਡਰ ਕਰਦੇ ਹਾਂ। ਅਸੀਂ ਹਮੇਸ਼ਾ ਜੋ ਵੀ ਹੋ ਸਕਦੇ ਹਾਂ x ਬਹੁਤ ਵੱਡੀ ਸੰਖਿਆ ਹੋ ਸਕਦੀ ਹੈ, ਪਰ ਅਸੀਂ ਇੱਕ ਨੈਚੁਰਲ ਸੰਖਿਆ n ਪਤਾ ਕਰ ਸਕਦੇ ਹਾਂ ਜਿਵੇਂ ਕਿ ਇਸ x ਦੀ ਐਬਸੋਲਿਊਟ ਵੈਲਿਊ n ਤੋਂ ਵੱਡੀ ਹੈ। ਇਸ ਲਈ ਜੋ ਵੀ x ਅਸੀਂ ਇੱਥੇ ਲੈਂਦੇ ਹਾਂ, ਫਿਰ ਇਹ n ਵੱਡਾ n ਅਸੀਂ ਇਸ x ਦੀ ਐਬਸੋਲਿਊਟ ਵੈਲਿਊ ਤੋਂ ਵੱਧ ਲੈਂਦੇ ਹਾਂ। ਇਸ ਦੇ ਹੋਣ ਦੇ ਨਾਲ ਅਸੀਂ ਇੱਕ ਹੋਰ n ਛੋਟਾ n ਟਰਮ ਤੇ ਵੀ ਕੰਸੀਡਰ ਕਰਾਂਗੇ ਜੋ ਉੱਥੇ ਫਾਰਮੂਲੇ ਵਿੱਚ ਦਿਖਾਈ ਦੇ ਰਹੀ ਹੈ, ਇਸ ਲਈ ਜੋ ਕਿ ਇਸ ਸੰਖਿਆ n ਤੋਂ ਵੀ ਵੱਡੀ ਹੈ। ਹੁਣ ਅਸੀਂ ਇਸ ਟਰਮ ਦੇ ਮੋਡੂਲਸ x ਪਾਵਰ n ਪਲਸ 1 ਓਵਰ ਫੈਕਟੋਰੀਅਲ n ਪਲਸ 1 ਨੂੰ ਕੰਸੀਡਰ ਕਰਦੇ ਹਾਂ। ਇਹ ਫੈਕਟੋਰੀਅਲ n ਪਲਸ 1 n ਪਲਸ 1 n ਅਪ ਟੂ 1 ਦਾ ਪ੍ਰੋਡਕਟ ਹੈ ਅਤੇ ਸਾਡੇ ਕੋਲ ਇੱਥੇ ਮੋਡੂਲਸ x ਪਾਵਰ n ਪਲਸ 1 ਹੈ। ਇਸ ਲਈ ਅਸੀਂ ਪ੍ਰੋਡਕਟ ਦੇ ਫਾਰਮ ਵਿੱਚ ਲਿਖ ਸਕਦੇ ਹਾਂ। ਇਸ ਲਈ ਫੈਕਟੋਰੀਅਲ x ਨੂੰ 1 ਨਾਲ ਡਿਵਾਈਡ ਕੀਤਾ ਜਾਂਦਾ ਹੈ, ਦੁਬਾਰਾ ਫੈਕਟੋਰੀਅਲ x ਨੂੰ 2 ਨਾਲ ਡਿਵਾਈਡ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਹੋਰ ਅਸੀਂ ਕੰਟੀਨਿਊ ਰੱਖ ਸਕਦੇ ਹਾਂ। ਹੁਣ ਸਿਰਫ ਇਸ ਟਰਮ ਨੂੰ ਇੱਥੇ ਵੇਖੋ ਜੋ ਕਿ ਇਸ n-1 ਟਰਮਜ਼ ਦੇ ਬਾਅਦ ਆਈ ਹੈ। ਇਸ ਲਈ ਮੋਡੂਲਸ x ਨੂੰ n ਨਾਲ ਡਿਵਾਈਡ ਕੀਤਾ ਜਾਂਦਾ ਹੈ। ਇੱਥੇ ਇਹ ਐਬਸੋਲਿਊਟ ਵੈਲਿਊ x ਨੂੰ n ਪਲਸ ਨਾਲ ਡਿਵਾਈਡ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੋਰ। ਇਸ ਲਈ ਇਹ ਟਰਮ ਇੱਥੇ x ਦੀ ਐਬਸੋਲਿਊਟ ਵੈਲਿਊ ਨੂੰ n ਨਾਲ ਡਿਵਾਈਡ ਕੀਤਾ ਜਾਂਦਾ ਹੈ। ਇਸ ਐਕਸਪ੍ਰੈਸ਼ਨ ਦੇ ਬਾਹਰ ਜੋ ਅਸੀਂ ਵੇਖਦੇ ਹਾਂ ਕਿ x ਦੇ ਐਬਸੋਲਿਊਟ ਨੂੰ ਇਸ n ਨਾਲ ਡਿਵਾਈਡ ਕਰਦੇ ਹਾਂ, ਉਹ 1 ਤੋਂ ਘੱਟ ਹੈ। ਅਤੇ ਹੁਣ ਜੇ ਅਸੀਂ ਇਸ ਨੂੰ q ਨੰਬਰ ਮੰਨਦੇ ਹਾਂ ਤਾਂ ਸਾਡੇ ਕੋਲ ਇੱਥੇ ਇੱਕ q ਹੈ ਅਤੇ ਇਹ ਅਸਲ ਵਿੱਚ n ਪਲਸ 1 ਨਾਲ ਡਿਵਾਈਡ ਹੋਇਆ ਹੈ ਕਿਉਂਕਿ ਇਹ q ਤੋਂ ਘੱਟ ਹੈ ਅਤੇ ਇੱਥੇ ਹੋਰ ਸਾਰੀਆਂ ਟਰਮਜ਼ q ਤੋਂ ਘੱਟ ਹਨ। ਇਸ ਲਈ ਦੁਬਾਰਾ ਤੁਸੀਂ ਨੋਟ ਕਰੋ ਕਿ ਇਹ n ਤੋਂ ਵੱਡਾ ਸੀ। ਅਸੀਂ ਇਸ n ਪਲਸ 1 ਟਰਮ ਤੱਕ ਚਲੇ ਗਏ ਹਾਂ। ਇਸ ਲਈ
ਇਸ n ਦੇ ਨਾਲ ਇਹ ਮੱਧ ਵਿੱਚ ਕਿਤੇ ਹੋਵੇਗਾ। ਅਤੇ ਹੁਣ ਇਹ q ਜੋ ਅਸੀਂ ਨੋਟਿਸ ਕੀਤਾ ਹੈ ਕਿਉਂਕਿ x ਦੀ ਐਬਸੋਲਿਊਟ ਵੈਲਿਊ ਜੋ n ਨਾਲ ਡਿਵਾਈਡਡ ਹੈ ਉਹ 1 ਤੋਂ ਘੱਟ ਹੈ। ਜੋ ਅਸੀਂ ਹੁਣ ਵੇਖਦੇ ਹਾਂ, ਅਸੀਂ ਇਸ ਇਕੁਆਲਿਟੀ ਨੂੰ ਇਨਇਕੁਆਲਿਟੀ ਬਦਲ ਸਕਦੇ ਹਾਂ ਕਿਉਂਕਿ ਬਰਾਬਰ ਤੋਂ ਘੱਟ ਇੱਥੇ ਅਸੀਂ q ਨਾਲ ਬਦਲ ਦਿੱਤਾ ਹੈ। ਅਤੇ ਇਸ ਨੂੰ q ਦੁਆਰਾ ਬਦਲਿਆ ਜਾਂਦਾ ਹੈ ਹਾਲਾਂਕਿ ਇਹ q ਤੋਂ ਘੱਟ ਹੈ, ਇਹ ਵੀ q ਤੋਂ ਘੱਟ ਹੈ, ਇਹ ਸਾਰੀਆਂ ਟਰਮਜ਼ q ਤੋਂ ਘੱਟ ਹਨ। ਇਸ ਲਈ ਹੁਣ ਸਾਡੇ ਕੋਲ ਇੱਥੇ ਕਿੰਨੇ q ਹਨ n-1 ਟਰਮਜ਼ ਪਹਿਲਾਂ ਹੀ ਮੌਜੂਦ ਹਨ। ਅਤੇ ਫਿਰ ਕੁੱਲ ਟਰਮਜ਼ ਸਨ n+1। ਇਸ ਲਈ ਜੇਕਰ ਅਸੀਂ ਹੁਣ ਕੁੱਲ ਟਰਮ n+1 ਨੂੰ ਦੁਬਾਰਾ ਲਿਖ ਸਕਦੇ ਹਾਂ, ਅਤੇ ਪਹਿਲਾਂ ਹੀ ਇਹ ਟਰਮਜ਼ n-1 ਹਨ, ਇਸ ਲਈ n+1 n-1, ਇਸ ਲਈ ਇੱਥੇ ਇਹ ਨੰਬਰ n ਅਤੇ -2 ਅਤੇ ਮੋਡੂਲਸ s n-1 ਓਵਰ ਫੈਕਟੋਰੀਅਲ ਅਤੇ -1 ਹੈ। ਅਤੇ ਹੁਣ ਅਸੀਂ ਇਸ ਕੇਸ ਵਿੱਚ ਇੱਥੇ ਇੱਕ ਲਿਮਿਟ ਲੈ ਸਕਦੇ ਹਾਂ ਅਤੇ q 1 ਤੋਂ ਘੱਟ ਹੈ ਅਤੇ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ ਤਾਂ ਇਹ n ਇਨਫਿਨਿਟੀ ਵਿੱਚ ਜਾਂਦਾ ਹੈ। ਇਹ n ਇੱਥੇ ਇਹ ਇਨਫਿਨਿਟੀ ਤੇ ਜਾਂਦਾ ਹੈ ਅਤੇ q 1 ਤੋਂ ਘੱਟ ਹੈ। ਫਿਰ ਇਹ 0 ਤੇ ਜਾਂਦਾ ਹੈ ਅਤੇ ਇੱਥੇ ਕੁਝ ਫਿਕਸਡ ਨੰਬਰ ਦਿਖਾਈ ਦੇ ਰਿਹਾ ਹੈ, ਇਸ ਲਈ ਇਹ ਸਭ ਕੁਝ 0 ਤੇ ਜਾਂਦਾ ਹੈ। ਇਸ ਰਿਮਾਈਂਡਰ ਟਰਮ ਦੀ ਇਹ ਐਬਸੋਲਿਊਟ ਵੈਲਿਊ ਜੋ ਕਿ 0 ਤੇ ਜਾਂਦੀ ਹੈ। ਜੋ ਅਸੀਂ ਵੇਖਿਆ ਹੈ ਕਿ ਇਹ ਰਿਮਾਈਂਡਰ ਟਰਮ ਜੋ ਰਿਮਾਈਂਡਰ ਟਰਮ ਦਾ ਇੱਕ ਹਿੱਸਾ ਸੀ ਉਸ ਤੋਂ ਘੱਟ ਹੈ। ਜੋ ਇੱਕ ਟਰਮ ਜੋ ਕਿ 0 ਤੇ ਜਾਂਦੀ ਹੈ ਜਦੋਂ n ਇਨਫਿਨਿਟੀ ਵਿੱਚ ਜਾਂਦਾ ਹੈ। ਅਤੇ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਰਿਮਾਈਂਡਰ 0 ਤੇ ਜਾਂਦਾ ਹੈ। ਤਾਂ ਇਹ ਉਹ ਹਵਾਲੇ ਹਨ ਜੋ ਇਹਨਾਂ ਲੈਕਚਰਾਂ ਦੀ ਤਿਆਰੀ ਲਈ ਵਰਤੇ ਗਏ ਸਨ। ਅਤੇ ਕਨਕਲੂਜ਼ਨ ਇਸ ਲਈ ਜੋ ਅਸੀਂ ਅੱਜ ਪੜ੍ਹਿਆ ਹੈ ਉਹ ਟੇਲਰਜ਼ ਫਾਰਮੂਲਾ ਅਤੇ ਡਿਫਰੈਂਸ਼ੀਅਲ ਕੈਲਕੂਲਸ ਵਿੱਚ ਬਹੁਤ ਮਹੱਤਵਪੂਰਨ ਟੌਪਿਕ ਹੈ। ਇਸ ਲਈ ਇੱਕ ਫੰਕਸ਼ਨ ਜੋ ਕਾਫੀ ਸਮੂਥ ਹੈ, ਅਸੀਂ f(x0) f ਡੈਰੀਵੇਟਿਵ x0 x-x0 ਅਤੇ ਇਸ ਤਰ੍ਹਾਂ ਲਿਖ ਸਕਦੇ ਹਾਂ। ਇਹ Rn ਟਰਮ ਜਿਸ ਨੂੰ ਰਿਮਾਈਂਡਰ ਟਰਮ ਕਿਹਾ ਜਾਂਦਾ ਹੈ। ਅਤੇ ਇਹ ਰਿਮਾਈਂਡਰ ਟਰਮ f ਪਾਵਰ ਦਾ ਇੱਕ ਫਾਰਮ ਹੈ n+1 ਡੈਰੀਵੇਟਿਵ ਡਿਵਾਈਡਡ ਬਾਈ n+1 ਫੈਕਟੋਰੀਅਲ x-x0 n+1 ਅਤੇ ਜਿਸ ਨੂੰ ਅਸੀਂ ਪੋਲੀਨੋਮੀਅਲ ਟਰਮ ਕਹਿੰਦੇ ਹਾਂ, ਜਿਸ ਨੂੰ ਅਸੀਂ ਟੇਲਰ ਦਾ ਪੋਲੀਨੋਮੀਅਲ ਕਹਿੰਦੇ ਹਾਂ, ਇਸ ਦੇ ਪੂਰੇ ਨਤੀਜੇ ਨੂੰ ਟੇਲਰਜ਼ ਫਾਰਮੂਲਾ ਕਿਹਾ ਜਾਂਦਾ ਹੈ। ਅਤੇ ਫਿਰ ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ Rn ਰਿਮਾਈਂਡਰ ਟਰਮ 0 ਤੇ ਚਲੀ ਜਾਂਦੀ ਹੈ, ਜਦੋਂ n ਇਨਫਿਨਿਟੀ ਤੇ ਚਲਾ ਜਾਂਦਾ ਹੈ ਤਾਂ ਅਸੀਂ ਇਸ ਟੇਲਰਜ਼ ਫਾਰਮੂਲੇ ਨੂੰ ਇੱਕ ਸੀਰੀਜ਼ ਦੇ ਟਰਮਜ਼ ਵਿੱਚ ਲਿਖ ਸਕਦੇ ਹਾਂ ਜਿਸ ਨੂੰ ਟੇਲਰਜ਼ ਸੀਰੀਜ਼ ਕਿਹਾ ਜਾਂਦਾ ਹੈ। ਇਸ ਬਾਰੇ ਬਸ ਇਹ ਸਭ ਸੀ। ਧਿਆਨ ਦੇਣ ਲਈ ਤੁਹਾਡਾ ਧੰਨਵਾਦ।